ਤੈਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੁ। ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ। ਮੈਂ ਹਿਰਡ ਪਲਾਸ ਸੰਗ ਹਰ ਬੁਹਿਆ। ਹਰ ਹਰ ਨਾਮ ਸੀਤਲ ਜਲ ਧਿਆਵਹੁ। ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ। ਮੈਂ ਹਿਰਡ ਪਲਾਸ ਸੰਗ ਹਰ ਬੁਹਿਆ। ਜਪ ਜਗਨਾਥ ਜਗਦੀਸ਼ ਗੁਸਈਆ। ਸਰਨ ਪਰੇ ਸੇ ਜਨ ਉਬਰੇ। ਜਿਉ ਪ੍ਰਹਿਲਾਦ ਉਦਾਰ ਸਮਈਆ। ਰਹਾਉ ਪਾਰ 18 ਮਹਿ ਚੰਦਨ ਉਤਮ। ਚੰਦਨ ਨਿਕਟ ਸਭ ਚੰਦਨ ਹੁਈਆ। ਸਾਕਤ ਕੂੜੇ ਊਵ ਸੁਖ ਹੂਏ। ਮਨ ਅਭਿਮਾਨ ਵਿਛੁੜ ਦੂਰ ਗਈਆ। ਹਰ ਗਤ ਮਿਤ ਕਰਤਾ ਆਪੇ ਜਾਣੈ। ਸਭ ਬਿਦ ਹਰ ਹਰ ਆਪ ਬਣਈਆ। ਜਿਸ ਸਤ ਗੁਰ ਭੇਟੈ ਸੋ ਕੰਚਨ ਹੋਵੈ। ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰ ਮਤਿ ਪਾਵੈ। ਸਾਗਰ ਭਗਤ ਭੰਡਾਰ ਖੁਲਈਆ। ਗੁਰ ਚਰਨੇ ਇਕ ਸ਼ਰਧਾ ਉਪਜੇ। ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ। ਪਰਮ ਬੈਰਾਗ ਨਿਤ ਨਿਤ ਹਰ ਧਿਆਏ। ਮੈਂ ਹਰ ਗੁਣ ਕਹਿਤੇ ਪਾਵਨੀ ਕਹੀਆ। ਬਾਰ ਬਾਰ ਖਿਨ ਖਿਨ ਪਲ ਕਹੀਐ। ਹਰ ਪਾਰ ਨ ਪਾਵੈ ਪਰੈ ਪਰਈਆ। ਸਾਸਤ ਵੇਦ ਪੁਰਾਨ ਪੁਕਾਰਹਿ। ਧਰਮ ਕਰਹੁ ਖਟ ਕਰਮ ਦਿਰੜਈਆ। ਮਨ ਮੁਖ ਪਾਖੰਡ ਪਰਮ ਵਿਗੂਤੇ। ਲੋਭ ਲਹਿਰ ਨਾਵ ਪਾਰ ਬੁਢਈਆ। ਨਾਮ ਜਪਹੁ ਨਾਮੇ ਗਤ ਪਾਵਹੁ। ਸਿਮ੍ਰਿਤ ਸਾਸਤਰ ਨਾਮ ਦਿਰੜਈਆ। ਹਉ ਮੈਂ ਜਾਏ ਤਾ ਨਿਰਮਲ ਹੋਵੈ। ਗੁਰਮੁਖ ਪਰਚੈ ਪਰਮ ਪਦ ਪਈਆ। ਇਹੋ ਜਗ ਵਰਨ
ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜਹਿ, ਜਿਤ ਭਾਵੈ ਤਿਤ ਰਾਹੇ ਚਲਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜਹਿ, ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ। ਦਸੋਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸੰਤਾਂ ਦੇ ਪਾਤਰ ਹੋ। ਆਪਣੇ ਜੀਵਨ ਦਾ ਕੁਝ ਸਮਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ 'ਤੇ ਬਤੀਤ ਕਰਕੇ ਸਫਲਾ ਕਰ ਰਹੇ ਹੋ, ਸਕਾਰਥਾ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਦੀ ਪਵਿੱਤਰ ਵਿਚਾਰ ਨਾਲ ਜੁੜਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਇਹ ਗੁਰਮਤਿ ਦਾ ਸਹਿਜ ਯੋਗ ਹੈ। ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ, ਪਾਰ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਨੂੰ ਚਿਤਵਦੇ ਹਾਂ, ਉਸ ਵੇਲੇ ਜਿਹੜੀ ਸੁਰਤ ਨਿਰੰਕਾਰ ਦੇ ਉਹਨਾਂ ਗੁਣਾਂ ਵਿੱਚ, ਨਿਰੰਕਾਰ ਦੇ ਸਰੂਪ ਦੇ ਵਿੱਚ ਜੁੜਦੀ ਹੈ, ਇਸ ਨੂੰ ਗੁਰਮਤਿ ਦਾ ਸਹਿਜ ਯੋਗ ਕਿਹਾ ਜਾਂਦਾ ਹੈ। ਯੋਗ ਨਾਮ ਜੁੜਨੇ ਦਾ ਹੈ। ਜਦੋਂ ਜੁੜ ਜਾਈਏ ਉਦੋਂ ਯੋਗੀ ਹੋਈਦਾ ਹੈ। ਯੋਗ ਨਾਮ ਭੇਖ ਦਾ ਨਹੀਂ ਹੈ। ਭੇਖ ਤਾਂ ਕੋਈ ਵੀ ਧਾਰਨ ਕਰ ਸਕਦਾ ਹੈ। ਯੋਗ ਨਾਮ ਜੁੜਨੇ ਦਾ ਹੈ। ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ, ਕਿਉਂਕਿ ਇਹ ਸ਼ਬਦ ਵਿਚਾਰ ਨਹੀਂ, ਬ੍ਰਹਮ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੈ। ਇਕਾਗਰਤਾ ਬਣਾਉਣ ਲਈ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ।
ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਰਾਗ ਬਿਲਾਵਲ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਹੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸ਼ੀਤਲ ਜਲ ਹੈ। ਨਾਮ ਨੂੰ ਸ਼ੀਤਲ ਜਲ ਕਿਹਾ, ਇਹਦਾ ਮਤਲਬ ਕਿਤੇ ਦੂਜੇ ਪਾਸੇ ਤਪਸ਼ ਦਾ ਵੀ ਜ਼ਿਕਰ ਹੈ। ਕਿਉਂਕਿ ਜਦੋਂ ਤਪਸ਼ ਹੋਵੇ ਫਿਰ ਅਸੀਂ ਸ਼ੀਤਲਤਾ ਦੀ ਅਹਿਮੀਅਤ ਨੂੰ ਪਛਾਣਦੇ ਹਾਂ। ਤਪਸ਼ ਨਹੀਂ ਤੇ ਸ਼ੀਤਲ ਜਲ ਦਾ ਕੀ ਬੋਧ ਹੋਣਾ। ਜੇ ਹਰੀ ਨਾਮ ਨੂੰ ਸ਼ੀਤਲ ਜਲ ਕਹਿ ਰਹੇ ਨੇ ਸਤਿਗੁਰੂ, ਤਾਂ ਇਹਦਾ ਮਤਲਬ ਦੂਜੇ ਪਾਸੇ ਕਿਤੇ ਕੋਈ ਗਹਿਰੀ ਤਪਸ਼ ਦੀ ਗੱਲ ਵੀ ਹੋ ਰਹੀ ਹੈ। ਜਦੋਂ ਤਪਸ਼ ਦੀ ਗੱਲ ਹੋਵੇਗੀ ਤੇ ਸੁਰਤ ਚਲੀ ਜਾਏਗੀ ਉਹ ਵਿਸ਼ੇ ਵਿਕਾਰਾਂ ਦੀ ਭੱਠੀ ਜਿਹਦੇ ਵਿੱਚ ਸਾਡਾ ਮਨ ਤਪ ਰਿਹਾ ਹੈ। ਜਿਉ ਤਪਤ ਹੈ ਕਿ ਇਹ ਜਿਹੜਾ ਇਹ ਹਿਰਦਾ ਜੋ ਬਾਰ-ਬਾਰ ਤਪ ਰਿਹਾ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ, ਉਹ ਬੜੀ ਡੂੰਘੀ ਤੇ ਗਹਿਰੀ ਤਪਸ਼ ਹੈ। ਉਹ ਜੋ ਤਪਸ਼ ਹੈ, ਉਸ ਤਪਸ਼ ਨੂੰ ਸ਼ਾਂਤ ਕਰਨ ਲਈ, ਉਸ ਤਪਸ਼ ਨੂੰ ਬੁਝਾਉਣ ਲਈ ਅਗਰ ਕੁਝ ਸક્ષਮ ਹੈ ਤਾਂ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ, ਜੋ ਸ਼ੀਤਲ ਜਲ ਦਾ ਕੰਮ ਕਰਨ ਵਾਲਾ, ਠੰਡੇ ਪਾਣੀ। ਵਿਕਾਰਾਂ ਦੀ ਤਪਸ਼ ਕੇਵਲ ਪਰਮੇਸ਼ਰ ਦੇ ਨਾਮ ਦੇ ਚਿੰਤਨ ਦੁਆਰਾ ਹੋ ਸਕਦੀ ਹੈ। ਬਿਨਾਂ ਨਿਰੰਕਾਰ ਦੇ ਨਾਮ ਤੋਂ ਹਿਰਦਾ ਸ਼ਾਂਤ ਨਹੀਂ ਹੋ ਸਕਦਾ, ਹਿਰਦੇ ਦੀ ਤਪਸ਼ ਸ਼ਾਂਤ ਨਹੀਂ ਹੋ ਸਕਦੀ। ਤੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਸ਼ੀਤਲ ਜਲ ਹੈ। ਹੇ ਭਾਈ, ਹੇ ਗੁਰਮੁਖੋ, ਐਸੇ ਹਰੀ ਦੇ ਇਸ ਅੰਮ੍ਰਿਤ ਨਾਮ ਨੂੰ ਜੋ ਸ਼ੀਤਲ ਜਲ ਦੇ ਸਮਾਨ ਹੈ, ਤਿਸ ਨੂੰ ਧਿਆਵੋ। ਹਰ ਚੰਦਨ ਵਾਸ ਸੁਗੰਧ ਗੰਧਈਆ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਰੀ ਦੇ ਨਾਮ ਨੂੰ ਤੁਸੀਂ ਚੰਦਨ ਵੱਤ ਜਾਣ ਲਓ। ਜੈਸੇ ਚੰਦਨ ਕੋਲ ਜਾ ਕੇ ਸੁਗੰਧੀ ਪ੍ਰਾਪਤ ਹੁੰਦੀ ਹੈ, ਤੈਸੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੁਆਰਾ ਪਰਮੇਸ਼ਰ ਦੇ ਜਿਹੜੇ ਸ਼ੁਭ ਗੁਣ ਨੇ, ਉਹਨਾਂ ਸ਼ੁਭ ਗੁਣਾਂ ਦੀ ਸੁਗੰਧ ਦੀ ਪ੍ਰਾਪਤੀ ਹੁੰਦੀ ਹੈ। ਹਰੀ ਦਾ ਨਾਮ, ਹਰੀ ਦੇ ਜਿਤਨੇ ਸ਼ੁਭ ਗੁਣ ਨੇ, ਉਹਨਾਂ ਸ਼ੁਭ ਗੁਣਾਂ ਦੀ ਮਹਿਕ ਨਾਲ, ਉਹਨਾਂ ਸ਼ੁਭ ਗੁਣਾਂ ਦੀ ਗੰਧ ਨਾਲ, ਸੁਗੰਧੀ ਨਾਲ ਮਹਿਕ ਰਿਹਾ ਹੈ। ਜਿੱਥੇ ਨਾਮ ਦੀ ਸਾਧਨਾ ਹੈ, ਜਿੱਥੇ ਹਰੀ ਨਾਮ ਦੀ ਕਮਾਈ ਹੈ, ਉੱਥੇ ਸਾਰੇ ਸ਼ੁਭ ਗੁਣ ਨੇ, ਉੱਥੇ ਸਾਰੇ ਸ਼ੁਭ ਗੁਣਾਂ ਦੀ ਸੁਗੰਧੀ ਹੈ। ਜਿੱਥੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ, ਉੱਥੇ ਕੋਈ ਵੀ ਗੁਣ ਨਹੀਂ। ਨਾਮ ਪਰਮੇਸ਼ਰ ਦਾ ਐਸੀ ਬਰਕਤ ਵਾਲਾ ਹੈ ਕਿ ਜਿੱਥੇ ਜਪਿਆ ਜਾਂਦਾ ਹੈ, ਪਾਤਸ਼ਾਹ ਕਹਿੰਦੇ ਉੱਥੇ ਸਾਰੇ ਸ਼ੁਭ ਗੁਣ ਆ ਕੇ ਵਸ ਜਾਂਦੇ। ਇਸ ਕਰਕੇ ਇਹਨੂੰ ਤਰਜੀਹ ਦਿੱਤੀ ਹੈ ਗੁਰਦੇਵ ਨੇ ਚੰਦਨ ਦੀ। ਜੈਸੇ ਚੰਦਨ ਦੇ ਕੋਲ ਜਾ ਕੇ ਸੁਗੰਧੀ ਆਉਂਦੀ ਹੈ, ਜਿਹੜੀ ਬਨਸਪਤੀ ਉਹਦੇ ਨੇੜੇ ਰਹਿੰਦੀ ਹੈ, ਉਹਦੇ ਵਿੱਚੋਂ ਗੰਧ ਪ੍ਰਾਪਤ ਹੋਣ ਲੱਗ ਪੈਂਦੀ ਹੈ, ਤੈਸੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਜੁੜੇ ਹੋਏ ਜਿਤਨੇ ਵੀ ਮਨੁੱਖ ਨੇ,
ਉਹਨਾਂ ਅੰਦਰ ਸ਼ੁਭ ਗੁਣਾਂ ਦੀ, ਭਗਤੀ ਦੀ, ਸੁਗੰਧੀ ਦੀ ਮਹਿਕ ਪੈਦਾ ਹੋਣ ਲੱਗ ਪੈਂਦੀ ਹੈ। ਉਹਨਾਂ ਹਿਰਦਿਆਂ ਵਿੱਚ ਪ੍ਰੇਮਾ ਭਗਤੀ ਦੀ ਗੰਧ, ਪ੍ਰੇਮਾ ਭਗਤੀ ਦੀ ਸੁਗੰਧੀ ਉਹ ਉਤਪਨ ਹੋਣ ਲੱਗ ਪੈਂਦੀ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੂਹੀਆ। ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ, ਜੋ ਸਤਿਪੁਰਸ਼ ਨੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ, ਸੰਗਤ ਦਾ ਬੜਾ ਵੱਡਾ ਗੁਣ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਸ ਨੂੰ ਜੈਸੀ ਸੰਗਤ ਮਿਲਦੀ ਹੈ ਤਿਸ ਨੂੰ ਤੈਸਾ ਫਲ ਪ੍ਰਾਪਤ ਹੁੰਦਾ ਹੈ। ਇੱਕੋ ਮਾਂ ਪਿਓ ਦੇ ਘਰ ਵਿੱਚ ਜਨਮੇ ਦੋ ਤੋਤੇ, ਇੱਕ ਸਾਧੂ ਕੋਲ ਚਲਾ ਗਿਆ, ਇੱਕ ਕਿਸੇ ਠੱਗ ਚੋਰ ਕੋਲ ਚਲਾ ਗਿਆ। ਕੁਝ ਸਮੇਂ ਬਾਅਦ ਮਿਲੇ। ਜਿਹੜਾ ਤੋਤਾ ਸਾਧੂ ਕੋਲ ਸੀ ਉਹਦੇ ਕੋਲ ਕੋਈ ਆਵੇ ਤੇ ਉਹ ਕਹੇ ਜੀ ਆਇਆਂ ਨੂੰ, ਆਓ ਜੀ, ਬੈਠੋ ਜੀ। ਜਿਹੜਾ ਠੱਗ ਤੇ ਚੋਰ ਕੋਲ ਸੀ ਉਹ ਕਹੇ ਆ ਜਾਓ, ਫੜ ਲਓ, ਮਾਰ ਲਓ, ਕੱਟ ਦਿਓ, ਵੱਢ ਦਿਓ। ਇੱਕੋ ਮਾਂ ਬਾਪ ਦੇ ਘਰ 'ਚ ਜਨਮੇ ਸਕੇ ਭਰਾ, ਸੰਗਤ ਦੇ ਗੁਣ ਕਰਕੇ ਦੋਨਾਂ 'ਚ ਕਿੰਨਾ ਫਰਕ ਪੈ ਗਿਆ। ਤੈਸੇ ਜੈਸੀ ਜੈਸੀ ਸੰਗਤ ਕਿਸੇ ਨੂੰ ਪ੍ਰਾਪਤ ਹੁੰਦੀ ਹੈ ਉਸ ਨੂੰ ਤੈਸਾ ਫਲ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ। ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਬੈਠੀਏ ਤਾਂ ਪਾਤਸ਼ਾਹ ਕਹਿੰਦੇ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ। ਸਤ ਸੰਗਤ ਵਿੱਚ ਮਿਲ ਕੇ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ, ਮੈਂ ਹਿਰੜ ਪਲਾਸ ਸੰਗ ਹਰ ਬੁਹੀਆ। ਮੈਂ ਰੰਡ ਦੇ ਬੂਟੇ ਵਾਂਗੂ, ਪਲਾਸ ਛਿਛਰੇ ਦਾ ਢੱਕ ਦਾ ਬੂਟਾ ਹੁੰਦਾ, ਵੱਡੇ ਵੱਡੇ ਪੱਤੇ ਹੁੰਦੇ ਆ ਇਹਦੇ, ਪਰ ਉਹ ਢੱਕ ਦੀ ਲੱਕੜ ਕੰਮ ਨਹੀਂ ਆਉਂਦੀ। ਕਹਿੰਦੇ ਉਹਦੇ ਵਾਂਗੂ ਨਿਕੰਮਾ ਸੀ, ਢੱਕ ਵਾਂਗੂ, ਹਿਰੜ ਵਾਂਗੂ। ਜਦੋਂ ਮੈਂ ਚੰਦਨ ਦੀ ਸੰਗਤ ਕੀਤੀ ਤੇ ਚੰਦਨ ਦੀ ਸੰਗਤ ਕਰਕੇ ਉਹ ਹਿਰੜ ਤੇ ਪਲਾਸ ਛਿਛਰੇ ਦਾ ਦਰਖਤ, ਉਹ ਢੱਕ ਦਾ ਦਰਖਤ ਦੋਵੇਂ ਹੀ ਸੁਗੰਧੀ ਵਾਲੇ ਹੋ ਗਏ, ਦੋਨਾਂ 'ਚ ਹੀ ਸੁਗੰਧੀ ਪੈਦਾ ਹੋ ਗਈ। ਮੈਂ ਵੀ ਹਿਰੜ ਵਾਂਗੂ ਤੇ ਛਿਛਰੇ ਦੇ ਉਸ ਬੂਟੇ ਵਾਂਗੂ ਬਿਲਕੁਲ ਨਿਕੰਮਾ ਸਾਂ, ਪਰ ਜਦੋਂ ਮੈਨੂੰ ਸਤਿਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ ਤਾਂ ਤਿਨਾਂ ਦੀ ਸੰਗਤ ਕਰਕੇ ਮੈਨੂੰ ਪਰਮ ਪਦਵੀ ਹਾਸਲ ਹੋ ਗਈ, ਪਰਮ ਪਦਵੀ ਪ੍ਰਾਪਤ ਹੋ ਗਈ। ਸੰਗਤ ਕਾ ਗੁਣ ਬਹੁਤ ਅਧਿਕਾਈ। ਸੰਗਤ ਦਾ ਗੁਣ ਬੜਾ ਵੱਡਾ, ਬੜੀ ਭਾਰੀ ਮਹਿਮਾ ਹੈ ਸੰਗਤ ਦੀ। ਮਹਿਮਾ ਸਾਧੂ ਸੰਗ ਕੀ, 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 ਮਹਿਮਾ ਸਾਧੂ ਸੰਗ ਕੀ। ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ,
ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਆਹ ਕਿੰਨਾ ਵੱਡਾ ਸਾਧ ਸੰਗ ਦਾ ਮਹਾਤਮ ਹੈ। ਮੈਲ ਖੋਈ, ਅੰਤःਕਰਣ ਦੀ ਮੈਲ ਧੋਤੀ ਜਾਂਦੀ ਹੈ। ਕੋਟ ਅਗ ਹਰੇ, ਕਰੋੜਾਂ ਪਾਪ ਦੂਰ ਹੋ ਜਾਂਦੇ ਨੇ। ਨਿਰਮਲ ਭਏ ਚੀਤਾ, ਇਹ ਸੰਗਤ ਦੀ ਮਹਿਮਾ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ। ਮਿਲ ਸਤ ਸੰਗਤ ਪਰਮ ਪਦ ਪਾਇਆ। ਮੈਂ ਹਿਰੜ ਪਲਾਸ ਸੰਗ ਹਰ ਬੁਹੀਆ। ਸਤ ਸੰਗਤ ਵਿੱਚ ਮਿਲ ਕੇ ਅਸੀਂ ਪਰਮ ਪਦਵੀ ਪ੍ਰਾਪਤ ਕੀਤੀ। ਮੈਂ ਹਿਰੜ ਦੇ ਇਰੰਡ ਦੇ ਬੂਟੇ ਵਾਂਗੂ, ਪਲਾਸ ਢੱਕ ਛਿਛਰੇ ਦੇ ਬੂਟੇ ਵਾਂਗੂ ਨਿਕੰਮਾ ਸਾਂ, ਪਰ ਸਤਿਪੁਰਸ਼ਾਂ ਦੀ ਸੰਗਤ ਕਰਕੇ ਮੇਰੇ ਅੰਦਰੋਂ ਵੀ ਸ਼ੁਭ ਗੁਣਾਂ ਦੀ ਸੁਗੰਧੀ ਪੈਦਾ ਹੋਣ ਲੱਗ ਪਈ। ਭਗਤੀ ਭਾਵਨਾ ਦੀ ਸੁਗੰਧੀ ਮੇਰੇ ਅੰਦਰ ਵੀ ਪੈਦਾ ਹੋ ਗਈ। ਮੈਂ ਐਸੀ ਪਰਮ ਪਦਵੀ ਨੂੰ ਹਾਸਲ ਕਰ ਲਿਆ। ਜਪ ਜਗਨਾਥ ਜਗਦੇਸ਼ ਗੁਸਈਆ। ਇਹ ਭਾਈ ਉਸ ਜਗਤ ਦੇ ਨਾਥ ਨੂੰ ਜਪੋ। ਜਪ ਜਗਨਨਾਥ, ਜਿਹੜਾ ਸਾਰੇ ਜਗ ਦਾ ਨਾਥ ਹੈ, ਸਾਰੇ ਸੰਸਾਰ ਦਾ ਨਾਥ। ਜਦੋਂ ਜਗਨਨਾਥ ਪਾਤਸ਼ਾਹ ਕਹਿੰਦੇ ਨੇ, ਜਗਨਨਾਥ ਕਹਿੰਦੇ ਨੇ, ਤੇ ਸਾਰੇ ਜਗਤ ਨੂੰ ਨੱਥ ਪਾ ਕੇ ਚਲਾਉਣ ਵਾਲਾ, ਹੱਕਣ ਵਾਲਾ ਉਹ ਪਰਮੇਸ਼ਰ ਹੈ। ਉਸ ਜਗਤ ਦੇ ਨਾਥ ਵਾਹਿਗੁਰੂ ਪਰਮੇਸ਼ਰ ਨੂੰ ਜਪੋ, ਜਿਹੜਾ ਸਾਰੇ ਜਗਤ ਦਾ ਈਸ਼ਵਰ ਹੈ। ਜਗਦੀਸ਼ ਸਾਰੇ ਜਗਤ ਦਾ ਈਸ਼ਵਰ ਹੈ। ਗੁਸਈਆ ਸਾਰੇ ਸੰਸਾਰ ਨੂੰ ਪਾਲਣ ਵਾਲਾ, ਸਾਰੇ ਜਗਤ ਦਾ ਸਾਈਂ ਹੈ, ਸਾਰੇ ਜਗਤ ਦਾ ਮਾਲਕ ਹੈ। ਹਾਂਜੀ। ਸਰਨ ਪਰੇ ਸੇ ਜਨ ਉਬਰੇ, ਜੋ ਪ੍ਰਹਿਲਾਦ ਉਧਰ ਸਮਈਆ। ਜਿਹੜੇ ਜਿਹੜੇ ਮਾਈ ਭਾਈ ਉਸ ਨਿਰੰਕਾਰ ਮਾਲਕ ਦੀ ਸ਼ਰਨ 'ਚ ਪਏ ਨੇ, ਉਹਨਾਂ ਦਾ ਉਬਾਰ ਹੋ ਗਿਆ। ਸੇਈ ਜਨ ਉਭਰੇ, ਉਭਰ ਗਏ ਉਹ ਜਨ, ਉਹ ਪਾਰ ਉਤਰ ਗਏ ਉਹ ਜਨ, ਜਿਉ ਪ੍ਰਹਿਲਾਦ ਉਧਾਰ ਸਮਈਆ। ਕਿਵੇਂ? ਜਿਵੇਂ ਭਗਤ ਪ੍ਰਹਿਲਾਦ ਜੀ ਦਾ ਉਧਾਰ ਹੋਇਆ। ਪ੍ਰਹਿਲਾਦ ਵੀ ਸ਼ਰਨ 'ਚ ਹੀ ਪਏ ਨਾ ਅਕਾਲ ਪੁਰਖ ਦੀ। ਉਹਨਾਂ ਵੀ ਆਖਿਆ, ਹੇ ਵਾਹਿਗੁਰੂ ਮੈਂ ਤੁਹਾਡੀ ਸ਼ਰਨ 'ਚ ਹਾਂ। ਜਿਹੜਾ ਸ਼ਰਨ ਪੈਂਦਾ ਉੱਧਰ ਜਾਂਦਾ। ਪ੍ਰਹਿਲਾਦ ਜੀ ਉਧਰੇ ਨੇ। ਉਦਾਹਰਣ ਹੈ, ਪ੍ਰਮਾਣ ਹੈ। ਉਧਰੇ ਹੀ ਨਹੀਂ, ਬਕਾਇਦਾ ਜਿਸ ਦੀ ਸ਼ਰਨ 'ਚ ਪਏ ਉਹਦੇ 'ਚ ਸਮਾ ਗਏ, ਅਭੇਦ ਹੋ ਗਏ। ਸਮਈਆ ਕੱਲੇ ਉਧਰੇ ਹੀ ਨਹੀਂ, ਅਭੇਦ ਵੀ ਹੋ ਗਏ, ਸਮਾ ਵੀ ਗਏ ਵਿੱਚ, ਇੱਕ ਮਿੱਕ ਵੀ ਹੋ ਗਏ। ਇਹਨੂੰ ਕਹਿੰਦੇ ਆ ਸਮਾਉਣਾ, ਸਮਾਈ। ਉਹਨਾਂ ਦੀ ਸਮਾਈ ਹੋ ਗਈ ਪਰਮੇਸ਼ਰ ਵਿੱਚ, ਜਿਹੜੇ ਸ਼ਰਨ 'ਚ ਪੈ ਗਏ। ਰਹਾਉ ਭਾਰ 18 ਹੈ ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੁਈਆ। 18 ਭਾਰ ਬਨਾਸਪਤੀ ਕਹੀ ਜਾਂਦੀ ਹੈ। ਹਰ ਪ੍ਰਜਾਤੀ ਦਾ ਇੱਕ ਦਰਖਤ, ਉਹਦਾ ਇੱਕ ਪੱਤਾ ਲੈ ਲਿਆ, ਫਿਰ ਦੂਜੇ ਦਰਖਤ ਦਾ ਜਿਹੜਾ ਹੋਰ ਜਾਤੀ ਦਾ, ਯਾਨੀ ਕਿ ਜਿਵੇਂ ਇੱਕ ਪਿੱਪਲ ਦਾ ਪੱਤਾ ਲੈ ਲਿਆ, ਇੱਕ ਬੋਹੜ ਦਾ ਲੈ ਲਿਆ, ਇੱਕ ਟਾਹਲੀ ਦਾ ਲੈ ਲਿਆ, ਇੱਕ ਛੇਛਰੇ ਦਾ ਲੈ ਲਿਆ। ਇੱਕ ਇੱਕ ਪੱਤਾ ਲੈ ਕੇ ਜਦੋਂ ਉਹਨੂੰ ਬੰਨ੍ਹਦੇ ਚਲੇ ਗਏ ਤਾਂ ਪੂਰੀ ਬਨਸਪਤੀ 18 ਭਾਰ ਹੋ ਗਈ। ਭਾਰ ਮਤਲਬ ਪੰਡ।
18 ਭਾਰ ਬਨਸਪਤੀ। ਹੁਣ 18 ਭਾਰ ਬਨਸਪਤੀ ਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ ਚੰਦਨ। ਹੁਣ ਅੱਗੇ ਚੰਦਨ ਦੀਆਂ ਕਈ ਕਿਸਮਾਂ ਨੇ। ਚੰਦਨ ਵਿੱਚੋਂ ਵੀ ਉਹ ਚੰਦਨ ਸ੍ਰੇਸ਼ਟ ਹੈ ਜਿਹੜਾ 52 ਚੰਦਨ ਹੈ। ਚੰਦਨ ਸ੍ਰੇਸ਼ਟ ਕਿਉਂ ਹੈ? ਕਿਉਂਕਿ ਚੰਦਨ ਦੇ ਨੇੜੇ ਰਹਿਣ ਵਾਲੀ ਬਨਸਪਤੀ ਚੰਦਨ ਹੋ ਜਾਂਦੀ ਹੈ। ਚੰਦਨ ਨਿਕਟ ਸਭ ਚੰਦਨ ਹੋਈਆ। ਚੰਦਨ ਦੇ ਨੇੜੇ ਰਹਿਣ ਵਾਲੀ ਸਾਰੀ ਬਨਸਪਤੀ ਚੰਦਨ ਹੀ ਹੋ ਜਾਂਦੀ ਹੈ। ਇਹ ਲਾਭ ਹੈ ਚੰਦਨ ਦਾ, ਤਾਂ ਚੰਦਨ ਨੂੰ ਸ੍ਰੇਸ਼ਟ ਕਹਿੰਦੇ। ਪੂਰੀ ਕਾਇਨਾਤ ਵਿੱਚ ਅਨੇਕਾਂ ਜੀਵ ਨੇ, ਕਿਤੜੇ ਨੇ, ਗਿਣਤੀ ਨਹੀਂ ਹੋ ਸਕਦੀ। ਕਿਤੜੇ ਗਿਣੇ ਨਹੀਂ ਜਾ ਸਕਦੇ। ਉਹਨਾਂ ਸਾਰੇ ਸੰਸਾਰ ਦੇ ਜੀਵਾਂ ਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਨੇ ਰੱਬ ਦੇ ਪਿਆਰੇ, ਨਿਰੰਕਾਰ ਦੇ ਪਿਆਰੇ, ਕੋਟ ਮੱਧੇ ਕੋ ਬਿਰਲਾ ਸੇਵਕ। ਕੋਈ ਬਿਰਲਾ। ਉਹ ਜਿਹੜਾ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਚੰਦਨ ਦੇ ਸਮਾਨ ਸ੍ਰੇਸ਼ਟ ਹੈ, ਉਹ ਇਸ ਕਰਕੇ ਸ੍ਰੇਸ਼ਟ ਹੈ ਕਿ ਉਹਦੀ ਸੰਗਤ ਕਰਨ ਵਾਲੇ ਉਹਦੇ ਵਰਗੇ ਹੋ ਜਾਂਦੇ ਨੇ। ਬਸ ਇੱਕ ਬਾਂਸ ਦਾ ਦਰਖਤ ਐਸਾ ਹੈ ਜੋ ਚੰਦਨ ਦੇ ਕੋਲ ਵਸ ਕੇ ਵੀ ਚੰਦਨ ਨਹੀਂ ਹੁੰਦਾ, ਕਿਉਂਕਿ ਇੱਕ ਤਾਂ ਉਹਦੇ ਅੰਦਰ ਗੰਢਾਂ ਨੇ ਤੇ ਅੰਦਰੋਂ ਖਾਲੀ ਹੈ। ਗੰਢਾਂ ਵੀ ਨੇ ਤੇ ਅੰਦਰੋਂ ਖਾਲੀ ਵੀ ਹੈ। ਮਨਮੁਖ ਸਾਖਤ ਤੇ ਦੁਰਜਨ ਬੰਦੇ ਜਿਨ੍ਹਾਂ ਅੰਦਰ ਕੇਵਲ ਗੰਢਾਂ ਨੇ ਭਰਮ ਦੀਆਂ, ਉਹ ਸਤਿਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਵੀ ਉਹਨਾਂ ਵਰਗੇ ਨਹੀਂ ਹੁੰਦੇ। ਬਾਕੀ ਸਾਰੀ ਪ੍ਰਕਿਰਤੀ ਦੇ ਜਿਤਨੇ ਜੀਵ ਨੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ, ਉਹਨਾਂ ਦੀ ਸੁਹਬਤ ਵਿੱਚ ਰਹਿ ਕੇ ਉਹਨਾਂ ਜਿਹੇ ਉਹਨਾਂ ਵਰਗੇ ਹੋ ਜਾਂਦੇ ਹਨ। ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੁੜ ਦੂਰ ਗਈਆ। ਜਿਹੜੇ ਸਾਕਤ ਤੇ ਕੂੜੇ ਝੂਠੇ ਮਨੁੱਖ ਨੇ, ਉਹ ਖੜ ਸੁੱਕ ਬੂਟਿਆਂ ਵਾਂਗੂ ਨੇ। ਉਬ ਸੁੱਕ, ਖੜ ਸੁੱਕ। ਖੜ ਸੁੱਕ ਬੂਟੇ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਧਰਤੀ ਚੋਂ ਪਾਣੀ ਵੀ ਮਿਲਦਾ, ਜਿਹੜੀ ਖੁਰਾਕ ਉਹਨਾਂ ਨੂੰ ਚਾਹੀਦੀ ਆ ਉਹ ਮਿਲ ਵੀ ਰਹੀ ਹੁੰਦੀ ਹੈ, ਫਿਰ ਵੀ ਖਲੋਤੇ ਖਲੋਤੇ ਸੁੱਕ ਜਾਂਦੇ ਨੇ। ਇੱਦਾਂ ਦੇ ਬੂਟਿਆਂ ਦੇ ਨਾ ਤਾਂ ਤਣੇ ਮੋਟੇ ਹੁੰਦੇ ਨੇ, ਨਾ ਉਹਨਾਂ ਦਾ ਫੈਲਾਓ ਹੁੰਦਾ। ਉਹ ਫਿਰ ਉਹ ਜਿਹੜੇ ਬੂਟੇ ਨੇ ਕੇਵਲ ਬਾਲਣ ਦੇ ਕੰਮ ਆਉਂਦੇ। ਵੀ ਸਾਰਾ ਕੁਝ ਮਿਲਿਆ ਧਰਤੀ ਚੋਂ, ਥੋੜ੍ਹੇ ਜਿਹੇ ਵਧੇ ਫੁੱਲੇ, ਖਲੋਤੇ ਖਲੋਤੇ ਸੁੱਕ ਗਏ। ਮਿਲ ਵੀ ਰਿਹਾ ਫਿਰ ਵੀ ਸੁੱਕ ਗਏ। ਉਹ ਜਿਹੜੇ ਦਰਖਤ ਨੇ ਫਿਰ ਉਹ ਬਾਲਣ ਦੇ ਕੰਮ ਹੀ ਆਉਂਦੇ, ਉਹ ਸਾੜ ਹੀ ਜਾਂਦੇ। ਇਸੇ ਤਰ੍ਹਾਂ ਜਿਹੜੇ ਸਾਕਤ ਤੇ ਦੁਰਜਨ ਬੰਦੇ ਨੇ, ਉਹਨਾਂ ਨੂੰ ਪਰਮੇਸ਼ਰ ਕੋਲੋਂ ਮਿਲਦਾ ਸਭ ਕੁਝ ਹੈ, ਪਰ ਉਹ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ। ਉਹਦੇ ਪ੍ਰੇਮ ਦੇ ਭਾਵ ਤੋਂ ਵਿਹੂਣੇ ਅੰਦਰੋਂ ਖੁਸ਼ਕ ਹੋ ਕੇ ਸੁੱਕ ਸੜ ਜਾਂਦੇ ਨੇ। ਤੇ ਪ੍ਰੇਮ ਤੋਂ ਸਖਣੇ ਸਾਕਤ ਬੰਦੇ ਜਿਹੜੇ ਸੁੱਕ ਸੜ ਜਾਂਦੇ ਨੇ, ਉਹ ਵੀ ਫਿਰ ਨਰਕਾਂ ਦੇ ਵਿੱਚ ਬਾਲਣ ਦੇ ਹੀ ਕੰਮ ਆਉਂਦੇ ਆ, ਹੋਰ ਕਿਸੇ ਕੰਮ ਨਹੀਂ ਆਉਂਦੇ। ਨਰਕਾਂ ਦੀ ਅਗਨੀ ਵਿੱਚ ਬਾਲਣ ਦੇ ਹੀ ਕੰਮ ਆਉਂਦੇ ਆ। ਫਿਰ ਉਹ ਸਾੜੇ ਜਾਂਦੇ ਆ, ਬਾਲੇ ਜਾਂਦੇ ਆ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਦੋਵਾਂ ਜਹਾਨਾਂ 'ਚ ਸੜਦੇ ਭੁੱਜਦੇ ਜ਼ਿੰਦਗੀ ਬੀਤਦੀ ਆ ਉਹਨਾਂ ਦੀ। ਐਸਾ ਨਹੀਂ ਕਿ ਉਹਨਾਂ ਦੀਆਂ ਜੜ੍ਹਾਂ ਨੂੰ ਹਰੀ ਦੇ ਨਾਮ ਦਾ ਸ਼ੀਤਲ ਜਲ ਨਹੀਂ ਮਿਲਿਆ ਸੀ, ਪਰ ਉਹ ਨਸ਼ੁਕਰੇ ਸਨ। ਉਹ ਨਸ਼ੁਕਰੇ ਸਾਕਤ ਬੰਦਿਆਂ ਨੂੰ ਪ੍ਰੇਮ ਦਾ ਭਾਵ ਹਿਰਦੇ 'ਚ ਉਤਪੰਨ ਹੀ ਨਹੀਂ ਹੋਇਆ।
ਇਸ ਕਰਕੇ ਖੜੇ ਹੀ ਸੁੱਕ ਗਏ। ਉਹ ਸਾਕਤ ਹਨ, ਦੁਰਜਨ ਹਨ, ਉਹਨਾਂ ਦੇ ਮਨ 'ਚ ਅਭਿਮਾਨ ਹੈ। ਮਨ ਅਭਿਮਾਨ ਵਿਛੜ ਦੂਰ ਗਈ ਆ, ਉਹਨਾਂ ਦੇ ਮਨ 'ਚ ਅਭਿਮਾਨ ਹੈ। ਰੱਬ ਤੋਂ ਵਿਛੜ ਕੇ ਉਹ ਬੰਦੇ ਰੱਬ ਤੋਂ ਬੜੀ ਦੂਰ ਚਲੇ ਜਾਂਦੇ ਨੇ। ਦੂਰ ਦਾ ਮਤਲਬ 84 ਲੱਖ ਜੂਨੀਆਂ ਦੇ ਗੇੜੇ 'ਚ, 84 ਦੇ ਗੇੜੇ ਵਿੱਚ ਬੜੀ ਦੂਰ ਚਲੇ ਜਾਂਦੇ ਨੇ ਨਿਰੰਕਾਰ ਤੋਂ, ਪਰਮੇਸ਼ਰ ਤੋਂ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਬਿਦ ਹਰ ਹਰ ਆਪ ਬਨਈਆ। ਹਰੀ ਆਪਣੀ ਗਤ, ਆਪਣੀ ਮਿਤ, ਮਰਿਆਦਾ ਕਰਤਾ ਆਪ ਜਾਣਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜਾਂ ਗੁਰੂ ਜਾਣਦਾ ਜਾਂ ਕਰਤਾ ਪੁਰਖ ਜਾਣਦਾ। ਇਸ ਕਰਕੇ ਕੋਈ ਮਨੁੱਖ ਨਹੀਂ ਜਾਣ ਸਕਦਾ ਉਸ ਦੀ ਮਿਤ ਨੂੰ, ਉਸ ਦੀ ਗਤ ਨੂੰ। ਉਹਦੇ ਕੀਤੇ ਦਾ ਨਹੀਂ ਅੰਤ ਪਾ ਸਕਦੇ ਅਸੀਂ। ਤੇ ਜਿਸ ਨੇ ਸਾਰਾ ਕੁਝ ਕੀਤਾ ਹੈ ਉਹਦਾ ਅੰਤ ਪਾਉਣਾ ਤਾਂ ਪਾਸੇ ਰਿਹਾ। ਉਹਦੇ ਕੀਤੇ ਦਾ ਹੀ ਨਹੀਂ ਅੰਤ। ਉਹਨੇ ਕਿੰਨਾ ਕੁਝ ਕੀਤਾ। ਕਿੱਤੜਾ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਆਕਾਸ਼ ਕਿੰਨਾ ਕੁ ਵੱਡਾ ਅਸੀਂ ਕਹਿ ਸਕਦੇ ਹਾਂ, ਧਰਤੀ ਕਿੰਨੀ ਕੁ ਵੱਡੀ ਹੈ। ਮੰਨ ਲਓ ਆਹ ਧਰਤੀ ਅਸੀਂ ਮਾਪ ਵੀ ਲਈਏ, ਇਹਦੇ ਵਰਗੀਆਂ ਹੋਰ ਕਿੰਨੀਆਂ ਨੇ। ਪਵਨ ਕਿੰਨੀ ਵੱਡੀ ਹੈ, ਅਗਨੀ ਦਾ ਕਿੰਨਾ ਵੱਡਾ ਵਿਸਥਾਰ ਹੈ, ਜਲ ਦਾ ਕਿੰਨਾ ਵੱਡਾ ਵਿਸਥਾਰ ਹੈ। ਅਸੀਂ ਤੋਲ ਸਕਦੇ ਹਾਂ ਪਾਣੀ ਕਿੰਨਾ ਕੁ ਹੋਵੇਗਾ ਧਰਤੀ 'ਤੇ। ਜੇ ਉਹ ਵਜਨ ਕਰਨਾ ਹੋਵੇ ਉਹਦਾ ਕਰ ਸਕਦੇ ਹਾਂ। ਹੈ ਕਿਸੇ ਮਨੁੱਖ 'ਚ ਤਾਕਤ? ਕਹਿੰਦੇ ਜਿਸ ਨੇ ਸਾਰਾ ਕੁਝ ਕੀਤਾ ਹੈ, ਬਣਾਇਆ ਹੈ, ਉਹਦਾ ਅੰਤ ਕਿਵੇਂ ਪਾ ਸਕਦੇ ਹਾਂ ਭਲਾ? ਉਹਦੇ ਤਾਂ ਇੱਕ ਇੱਕ ਰੋਮ 'ਚ ਇਹੋ ਜਿਹੇ ਕਰੋੜਾਂ ਨੇ ਬ੍ਰਹਿਮੰਡ। ਹਰੀ ਆਪਣੀ ਗਤ ਮਿਤ ਆਪ ਜਾਣਦਾ, ਸਭ ਵਿਦ ਹਰ ਹਰ ਆਪ ਬਨਈਆ। ਜਿੰਨੀਆਂ ਵਿਧੀਆਂ ਬਣਦੀਆਂ ਨੇ ਇਹ ਸੰਸਾਰ ਵਿੱਚ, ਇਹਨਾਂ ਸਾਰੀਆਂ ਵਿਧੀਆਂ ਨੂੰ ਕਰਨ ਵਾਲਾ ਇਹਨਾਂ ਦਾ ਵਿਧਾਤਾ ਅਕਾਲ ਪੁਰਖ ਪਰਮੇਸ਼ਰ ਹੈ। ਸਾਰੀਆਂ ਵਿਧੀਆਂ ਉਹ ਆਪ ਹੀ ਬਣਾਉਂਦਾ। ਜਦੋਂ ਉਹਨੇ ਵਿਧ ਬਣਾਉਣੀ ਹੁੰਦੀ ਆਪੇ ਬਣਾ ਦਿੰਦਾ। ਬੰਦਾ ਲੱਖ ਯਤਨ ਕਰਦਾ ਵੀ ਇੱਦਾਂ ਕਰਾਂ ਇੱਦਾਂ ਕਰਾਂ, ਕੁਝ ਨਹੀਂ ਕਰ ਸਕਦਾ। ਜਦੋਂ ਪਰਮੇਸ਼ਰ ਨੇ ਵਿਧ ਬਣਾਉਣੀ ਹੁੰਦੀ ਅੱਖ ਦੇ ਫੋਰ 'ਚ ਬਣਾ ਦਿੰਦਾ। ਕਿਉਂਕਿ ਸਾਰੀਆਂ ਵਿਧਾਂ ਦਾ ਕਰਤਾ, ਸਾਰੀਆਂ ਵਿਧੀਆਂ ਨੂੰ ਬਣਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਹੈ। ਉਹਨੇ ਆਪੇ ਸਾਰੀ ਵਿਧ ਬਣਾ ਦੇਣੀ। ਲక్ష్ਮੀ ਕਹਿਣ ਲੱਗੀ ਮੈਂ ਵੱਡੀ ਹਾਂ, ਕਰਮ ਦੇਵਤਾ ਕਹਿਣ ਲੱਗਾ ਮੈਂ ਵੱਡਾ। ਉਹ ਕਹਿੰਦੇ ਆਪਾਂ ਆਪਸ 'ਚ ਬਹਿਸ ਕਰਨ ਦੀ ਬਜਾਏ ਪਰਖ ਕੇ ਵੇਖ ਲੈਨੇ ਕੌਣ ਵੱਡਾ। ਇੱਕ ਗਰੀਬ ਲੱਕੜਹਾਰਾ ਕੀ ਕੀਤਾ, ਲక్ష్ਮੀ ਨੇ ਆ ਕੇ ਉਹਨੂੰ ਇੱਕ ਕੀਮਤੀ ਹੀਰਾ ਦੇ ਦਿੱਤਾ, ਬੜਾ ਕੀਮਤੀ। ਉਹਨੇ ਪਕੜਿਆ ਵੀ ਹੀਰਾ। ਰਾਹ ਦੇ ਵਿੱਚ ਇੱਕ ਤਲਾਬ ਸੀ, ਗਰਮੀ ਦੇ ਦਿਨ ਸਨ, ਇਸ਼ਨਾਨ ਪਾਨ ਕਰਨ ਲੱਗਾ। ਉਹ ਜਿਹੜਾ ਹੀਰਾ ਸੀ ਜੇਬ ਦੇ ਵਿੱਚੋਂ ਪਾਣੀ 'ਚ ਡਿੱਗ ਪਿਆ। ਪਾਣੀ 'ਚ ਡਿੱਗਾ ਤੇ ਮੱਛੀ ਨੇ ਨਿਗਲ ਲਿਆ। ਫਿਰ ਗਰੀਬ ਦਾ ਗਰੀਬ। ਅਗਲੇ ਦਿਨ ਫਿਰ ਲక్ష్ਮੀ ਵੇਖਿਆ ਵੀ ਇਹ ਤਾਂ ਫਿਰ ਉੱਦਾਂ ਹੀ ਟੁਰਿਆ ਫਿਰਦਾ। ਉਹਨੇ ਇੱਕ ਬੜਾ ਕੀਮਤੀ ਲਾਲ ਦੇ ਦਿੱਤਾ ਵੀ ਆਹ ਲੈ ਜਾ।
ਉਹ ਲਾਲ ਰੱਖ ਕੇ ਇੱਕ ਪਾਸੇ ਕਿਤੇ ਲੱਕੜਾਂ ਕੱਟਣ ਲੱਗਾ ਤੇ ਇੱਕ ਇੱਲ ਆਈ, ਕੀਮਤੀ ਲਾਲ ਵੇਖ ਕੇ ਉਹਨੇ ਸ਼ਾਇਦ ਖਾਣ ਵਾਲਾ ਕੋਈ ਮਾਸ ਦਾ ਟੁਕੜਾ ਸਮਝ ਕੇ ਮੂੰਹ 'ਚ ਪਾਇਆ, ਚੁੱਕ ਕੇ ਉਹ ਲੈ ਗਈ, ਜਾ ਕੇ ਆਪਣੇ ਆਲਣੇ 'ਚ ਰੱਖ ਛੱਡਿਆ। ਲక్ష్ਮੀ ਫਿਰ ਵੇਖ ਕੇ ਹੈਰਾਨ ਵੀ ਇਹ ਫਿਰ ਉਸੇ ਤਰ੍ਹਾਂ ਟੁਰਿਆ ਫਿਰਦਾ। ਕੀਮਤੀ ਅਸ਼ਰਫੀਆਂ, ਬੜੀਆਂ ਕੀਮਤੀ ਸੋਨੇ ਦੀਆਂ ਸ਼ਰਫੀਆਂ ਦੀ ਇੱਕ ਗਾਗਰ ਦੇ ਦਿੱਤੀ ਭਰ ਕੇ। ਲੱਕੜਹਾਰਾ ਘਰ ਲੈ ਆਇਆ। ਲక్ష్ਮੀ ਨੇ ਆਖਿਆ ਵੀ ਹੁਣ ਘਰ ਲੈ ਗਿਆ, ਘਟੋ ਘਟ ਸਾਂਭੀਆਂ ਜਾਣਗੀਆਂ। ਗੁਆਂਢਣ ਦੀ ਨਿਗਾਹ ਪੈ ਗਈ, ਜਿੱਥੇ ਰੱਖੀਆਂ ਸੀ ਚੁੱਕ ਕੇ ਉਹ ਲੈ ਗਈ। ਫਿਰ ਘਰ 'ਚ ਕੰਗਾਲੀ। ਲక్ష్ਮੀ ਕਹਿਣ ਲੱਗੀ ਵੀ ਮੈਂ ਆਪਣਾ ਜ਼ੋਰ ਲਾ ਹਟੀ ਹਾਂ ਵੀ ਇਹਦੀ ਗਰੀਬੀ ਨਹੀਂ ਖਤਮ ਹੁੰਦੀ। ਕਰਮ ਦੇਵਤਾ ਕਹਿਣ ਲੱਗਾ ਵੀ ਹੁਣ ਮੈਂ ਇੱਕ ਮੌਕਾ ਮੈਨੂੰ ਵੀ ਮਿਲਣਾ ਚਾਹੀਦਾ। ਉਹ ਆਪਣਾ ਤਾਣ ਲਾ ਲਿਆ, ਹੁਣ ਮੈਂ ਵਿਖਾਵਾਂ। ਮੈਂ ਤੇਰੇ ਵਾਂਗੂ ਬਹੁਤੇ ਹੀਰੇ ਮੋਤੀ ਲਾਲ ਸ਼ਰਫੀਆਂ ਨਹੀਂ ਦੇਣੀਆਂ, ਸਿਰਫ 5 ਪੈਸੇ ਦੇਣੇ। ਉਹਨੇ ਆ ਕੇ ਲੱਕੜਹਾਰੇ ਨੂੰ 5 ਪੈਸੇ ਦਿੱਤੇ। ਲੱਕੜਹਾਰੇ ਨੇ ਉਹੀ 5 ਪੈਸੇ ਦੁਕਾਨ ਤੇ ਗਿਆ, ਮੱਛੀ ਖਰੀਦੀ, ਲੈ ਕੇ ਘਰ ਆ ਗਿਆ। ਮੱਛੀ ਦਾ ਪੇਟ ਪਾੜਿਆ ਤੇ ਉਹੀ ਹੀਰਾ ਜਿਹੜਾ ਮੱਛੀ ਖਾ ਗਈ ਸੀ ਉਹਦੇ 'ਚੋਂ ਨਿਕਲ ਆਇਆ। ਇੱਕਦਮ ਬੋਲਿਆ, ਲੱਭ ਗਿਆ, ਲੱਭ ਗਿਆ, ਲੱਭ ਗਿਆ। ਗੁਆਂਢਣ ਨੂੰ ਪਤਾ ਲੱਗਾ, ਜਾਪਦਾ ਵੀ ਇਹਨੂੰ ਪਤਾ ਲੱਗ ਗਿਆ ਵੀ ਚੋਰ ਲੱਭ ਗਿਆ। ਭੱਜ ਕੇ ਲਿਆਈ ਉਹ ਜਿਹੜੀ ਅਸ਼ਰਫੀਆਂ ਦੀ ਗਾਗਰ, ਕਹਿੰਦੀ ਆ ਲੈ, ਵੀ ਕਿਤੇ ਜਾ ਕੇ ਸ਼ਿਕਾਇਤ ਨਾ ਕਰ ਦੇ। ਉਹ ਵੀ ਮਿਲ ਗਈਆਂ। ਕੁਹਾੜਾ ਚੁੱਕਿਆ ਤੇ ਲੱਕੜ ਵੱਢਣ ਗਿਆ। ਇੱਕ ਸੁੱਕਾ ਦਰਖਤ ਸੀ। ਇੱਲਾਂ ਅਕਸਰ ਸੁੱਕੇ ਦਰਖਤਾਂ ਦੇ ਉੱਤੇ ਆਲਣੇ ਪਾਉਂਦੀਆਂ। ਜਦੋਂ ਉੱਤੇ ਜਾ ਕੇ ਉਹ ਕੱਟਣ ਲੱਗਾ ਲੱਕੜਾਂ, ਕੀ ਵੇਖਦਾ, ਆਲਣੇ 'ਚੋਂ ਲਾਲ ਵੀ ਪਿਆ ਹੋਇਆ ਜਿਹੜਾ ਇੱਲ ਨੇ ਰੱਖਿਆ, ਉਹ ਵੀ ਚੁੱਕਿਆ ਤੇ ਲੈ ਆਇਆ। ਜਦੋਂ ਕਰਮਾਂ ਦਾ ਸੰਬੰਧ ਪਰਮੇਸ਼ਰ ਜੋੜਦਾ, ਉਦੋਂ ਸਾਰੀਆਂ ਵਿਧੀਆਂ ਬਣ ਜਾਂਦੀਆਂ। ਪਰ ਜਦੋਂ ਤੱਕ ਕਰਮਾਂ ਦਾ ਹੀ ਸੰਬੰਧ ਪਰਮੇਸ਼ਰ ਨਾ ਬਣਾਵੇ, ਵਿਧੀ ਪੂਰਵਕ ਢੰਗ ਨਾਲ ਉਹਦੀ ਵਿਧੀ ਨਾ ਰਚੇ, ਤੇ ਫਿਰ ਕੁਝ ਵੀ ਹਾਸਲ ਨਹੀਂ ਹੁੰਦਾ। ਇਸ ਕਰਕੇ ਸਾਰੀਆਂ ਵਿਧੀਆਂ ਦਾ ਵਿਧਾਤਾ ਇੱਕ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਹੈ। ਹਾਂਜੀ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਜਿਸ ਨੂੰ ਸਤਿਗੁਰੂ ਜੀ ਮਿਲਦੇ ਨੇ ਪਾਰਸ ਵਾਂਗੂ, ਉਹ ਸਿੱਖ ਸੋਨੇ ਵਾਂਗੂ ਕੀਮਤੀ ਹੋ ਜਾਂਦਾ। ਕੰਚਨ, ਸੋਨਾ ਬਣ ਜਾਂਦਾ। ਗਲਿਆ ਸੜਿਆ ਲੋਹਾ ਵੀ ਪਾਰਸ ਦੀ ਸੰਗਤ ਕਰਕੇ ਸੋਨਾ ਹੋ ਜਾਂਦਾ। ਸਿੱਖ ਗੁਰੂ ਦੀ ਸੰਗਤ ਕਰਕੇ ਸਵਰਨ ਹੋ ਜਾਂਦਾ, ਸੋਨਾ ਹੋ ਜਾਂਦਾ। ਉਹ ਵੀ 12 ਬੰਨੀ ਦਾ ਸ਼ੁੱਧ। ਜੋ ਧੁਰ ਦਰਗਾਹ ਤੋਂ ਵਾਹਿਗੁਰੂ ਨੇ ਲੇਖ ਲਿਖ ਦਿੱਤੇ ਨੇ ਨਾ, ਉਹ ਨਾ ਤਾਂ ਮਿਟਦੇ ਨੇ, ਨਾ ਕੋਈ ਮਿਟਾ ਸਕਦਾ। ਮਿਟੈ ਨਾ ਮਿਟਈਆ, ਨਾ ਮਿਟਦੇ ਨੇ, ਨਾ ਕੋਈ ਮਿਟਾ ਸਕਦਾ। ਜੋ ਧੁਰ ਦਰਗਾਹੋਂ ਹਰੀ ਨੇ ਨਿਰੰਕਾਰ ਨੇ ਲੇਖ ਪਾ ਦਿੱਤੇ ਨੇ, ਉਹ ਇਨ ਬਿਨ ਜਿਉਂ ਕਿ ਤਿਉਂ ਤੈਸੇ ਹੀ ਰਹਿਣੇ ਹਨ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਜੇ ਕੋਈ ਸਵਾਲ ਕਰੇ ਕਿ ਜੇ ਲੇਖ ਨਹੀਂ ਮਿਟਦੇ ਫਿਰ ਗੁਰੂ ਸ਼ਰਨ ਦਾ ਕੀ ਲਾਭ? ਗੁਰੂ ਸ਼ਰਨ ਦਾ ਲਾਭ ਹੈ ਕਿ ਸਤਿਗੁਰੂ ਜੀ ਦੇ ਕੋਲ ਉਹ ਸਮਰੱਥਾ ਹੈ। ਇਹ ਸੰਸਾਰ ਜਿਹੜਾ ਹੈ, ਇਹ ਕਹਿੰਦੇ ਸਾਗਰ ਹੈ, ਰਤਨਾਂ ਦਾ ਭਰਿਆ ਹੋਇਆ ਖੁੱਲਾ ਭੰਡਾਰ ਹੈ।
ਇਹ ਭਗਤੀ ਦੇ ਭੰਡਾਰ ਇਹ ਸੰਸਾਰ ਸਮੁੰਦਰ 'ਚ ਖੋਲੇ ਹੋਏ ਨੇ ਪਰਮੇਸ਼ਰ ਨੇ। ਪਰ ਜਿਹੜੇ ਗੁਰੂ ਦੀ ਮੱਤ ਲੈਂਦੇ ਨੇ ਉਹਨਾਂ ਨੂੰ ਇਸ ਭੰਡਾਰੇ 'ਚੋਂ ਸ਼ੁਭ ਗੁਣਾ ਰੂਪੀ ਕੀਮਤੀ ਰਤਨ ਪ੍ਰਾਪਤ ਹੁੰਦੇ ਨੇ। ਸਾਗਰ ਤਾਂ ਖੁੱਲ੍ਹਾ ਹੈ, ਰਤਨ ਉਹਦੇ 'ਚ ਉਹਨੂੰ ਮਿਲਦੇ ਆ ਜਿਹੜੇ ਗੁਰੂ ਕੀ ਮੱਤ ਸੁਣਦੇ ਆ, ਗੁਰੂ ਕੀ ਮੱਤ ਲੈਂਦੇ ਆ। ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਉਹਨਾਂ ਨੂੰ ਇਸ ਸੰਸਾਰ ਰੂਪੀ ਸਮੁੰਦਰ ਵਿੱਚੋਂ ਹੀ ਸ਼ੁਭ ਕੀਮਤੀ ਗੁਣ ਰਤਨਾਂ ਦੇ ਸਮਾਨ ਉਹ ਪ੍ਰਾਪਤ ਹੋ ਜਾਂਦੇ ਹਨ। ਗੁਰ ਚਰਨੇ ਇੱਕ ਸ਼ਰਧਾ ਉਪਜੇ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ। ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਦੇ ਮਨ ਵਿੱਚ ਗੁਰੂ ਦੇ ਚਰਨਾਂ ਪ੍ਰਤੀ ਸ਼ਰਧਾ ਉਪਜੀ ਹੈ, ਪ੍ਰੇਮ ਉਪਜਿਆ ਹੈ। ਮੈਂ ਹਰ ਗੁਣ ਕਹਿਤੇ, ਇਹੋ ਜਿਹੀ ਸ਼ਰਧਾ ਉਪਜੀ ਹੈ ਕਿ ਜਦੋਂ ਮੈਂ ਹਰੀ ਦੇ ਗੁਣ ਕਹਿੰਦਾ ਹਾਂ, ਕਹਿੰਦਿਆਂ ਤ੍ਰਿਪਤ ਨਾ ਭਈਆ, ਮੇਰਾ ਮਨ ਰੱਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਜਿੰਨੇ ਗੁਣ ਕਹਿੰਦਾ ਹਾਂ ਕਹਿ ਕੇ ਚਿੱਤ ਕਰਦਾ ਹੋਰ ਕਹੀ ਜਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਦੇ ਅੰਦਰ ਇਹੋ ਜਿਹੀ ਸ਼ਰਧਾ ਉਪਜੀ ਹੈ ਕਿ ਹਰੀ ਦੇ ਗੁਣ ਕਹਿੰਦਿਆਂ ਮਨ ਤ੍ਰਿਪਤ ਨਹੀਂ ਹੁੰਦਾ, ਚਿੱਤ ਕਰਦਾ ਹਰੀ ਦੇ ਗੁਣ ਕਹੀ ਜਾਈਏ, ਗਾਈ ਜਾਈਏ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ। ਪਰਮ ਸ੍ਰੇਸ਼ਟ ਵੈਰਾਗ ਨਾਲ ਮੈਂ ਆਪਣੇ ਮਾਲਕ ਦੇ ਗੁਣ ਕਹਿੰਦਾ ਹਾਂ। ਸ੍ਰੇਸ਼ਟ ਵੈਰਾਗ ਨਾਲ ਹਰੀ ਦੇ ਨਾਮ ਨੂੰ ਧਿਆਉਂਦਾ ਹਾਂ, ਹਰੀ ਦੇ ਗੁਣ ਕਹਿੰਦਾ ਹਾਂ। ਇੱਦਾਂ ਹੀ ਨਹੀਂ ਕਹੀ ਜਾਂਦਾ, ਭਾਵਨੀ ਕਹੀ ਆ, ਮੈਂ ਪ੍ਰੇਮ ਨਾਲ ਕਹਿੰਦਾ, ਭਾਵਨਾ ਨਾਲ। ਭਾਵਨਾ ਬਿਨਾ ਨਹੀਂ ਗੱਲ ਬਣਦੀ। ਭਾਵਨਾ ਬਹੀਨ ਕੈਸੇ, ਪ੍ਰੇਮ ਤੋਂ ਬਿਨਾ ਕਿਵੇਂ ਕੋਈ ਪਰਮੇਸ਼ਰ ਵਿੱਚ ਅਭੇਦ ਹੋ ਸਕਦਾ। ਕਹਿੰਦੇ ਮੈਂ ਗੁਣ ਕਹਿੰਦਾ ਹਾਂ ਪਰ ਭਾਵ ਨਹੀਂ ਕਹੀ ਆ, ਪ੍ਰੇਮ ਨਾਲ ਕਹਿੰਦਾ ਹਾਂ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਬਾਰ ਬਾਰ ਕਹਿੰਦਾ ਹਾਂ, ਹਰ ਖਿਨ ਹਰ ਪਲ ਕਹਿੰਦਾ ਹਾਂ, ਹਰੀ ਦੇ ਗੁਣਾਂ ਦਾ ਨਾ ਕੋਈ ਪਾਰ ਪਾ ਸਕਦਾ ਨਾ ਪੈ ਸਕਦਾ। ਉਹ ਹਰੀ ਪਰੇ ਤੋਂ ਪਰੇ। ਜਿਤਨੇ ਉਹਦੇ ਗੁਣ ਗਾਇਨ ਕਰਕੇ ਉਸ ਦਾ ਅੰਤ ਪਾਉਣ ਦਾ ਯਤਨ ਕਰਦੇ ਹਾਂ, ਹੋਰ ਪਰੇ ਹੋਰ ਪਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਦਿਆਂ, ਗੁਰਬਾਣੀ ਦੀ ਵਿਆਖਿਆ ਕਰਦਿਆਂ, ਗੁਰ ਸ਼ਬਦ ਦੀ ਵਿਆਖਿਆ ਕਰਦਿਆਂ, ਗੁਰ ਇਤਿਹਾਸ ਦੀ ਵਿਆਖਿਆ ਕਰਦਿਆਂ ਕਈ ਵਾਰ ਸੋਚੀਦਾ ਵੀ ਆਹ ਗੱਲ ਹੁਣ ਪਕੜ 'ਚ ਆ ਗਈ ਹੈ, ਬਸ ਆਹ ਹੁਣ ਸਮਝ ਆ ਗਈ, ਪਕੜ 'ਚ ਆ ਗਈ। ਸੋਚਦੇ ਹਾਂ ਵੀ ਹੁਣ ਆਹ ਪੰਕਤੀ, ਆਹ ਸ਼ਬਦ ਪਕੜ ਵਿੱਚ ਆ ਗਿਆ। ਇਹ ਸੋਚ ਹੀ ਰਹੇ ਹੁੰਦੇ ਆ, ਸ਼ਬਦ ਹੋਰ ਪਰੇ ਨਜ਼ਰ ਆਉਣ ਲੱਗ ਪੈਂਦਾ, ਹੋਰ ਪਰੇ।
ਸੋਚਦੇ ਆ ਗੁਰੂ ਕੇ ਇਤਿਹਾਸ ਦੀ ਕੋਈ ਸਾਖੀ ਦਾ ਵਰਣਨ ਕਰਕੇ ਵੀ ਆਹ ਗੱਲ ਹੁਣ ਇਸ ਸਾਖੀ ਚੋਂ ਪਕੜ 'ਚ ਆ ਗਈ ਹੈ। ਪਕੜਨ ਦਾ ਯਤਨ ਕਰਦੇ ਆ, ਗੁਰੂ ਕੀ ਸਾਖੀ ਹੋਰ ਪਰੇ ਪ੍ਰਤੀਤ ਹੋਣ ਲੱਗ ਪੈਂਦੀ, ਹੋਰ ਗਹਿਰੀ। ਇਸ ਕਰਕੇ ਪਰੈ ਪਰਈਆ, ਪਰੇ ਤੋਂ ਪਰੇ ਹੈ। ਸਾਸਤ ਵੇਦ ਪੁਰਾਣ ਪੁਕਾਰ ਹੈ, ਧਰਮ ਕਰਹੁ ਖਟ ਕਰਮ ਦਿਰੜਈਆ। ਬਹੁਤ ਨੇ ਜਿਹੜੇ ਸ਼ਾਸਤਰ ਵੇਦ ਪੁਰਾਣਾਂ ਨੂੰ ਪੁਕਾਰਦੇ ਨੇ, ਪੜ੍ਹਦੇ ਨੇ, ਧਰਮ ਕਰਦੇ ਨੇ, 6 ਪ੍ਰਕਾਰ ਦੇ ਖਟ ਕਰਮ ਦ੍ਰਿੜ ਕਰਦੇ ਹਨ। ਮਨ ਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਵ ਪਾਰ ਬੁੜਈਆ। ਜਿਹੜੇ ਮਨਮੁਖ ਲੋਕ ਨੇ, ਪਖੰਡ ਦੇ ਵਿੱਚ ਲੱਗੇ ਹੋਏ ਨੇ, ਉਹ ਭਰਮ 'ਚ ਖੁਆਰ ਹੁੰਦੇ ਆ। ਮਨਮੁਖਾਂ ਦੇ ਅੰਦਰ ਭਰਮ ਹੈ, ਮਨਮੁਖਾਂ ਦੇ ਹਿਰਦੇ 'ਚ ਪਖੰਡ ਹੈ। ਪਖੰਡ ਤੇ ਭਰਮ 'ਚ ਖੁਆਰ ਹੋਣ ਵਾਲੇ ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਿਸ਼ਤੀ ਆਪਣੇ ਹੀ ਕੀਤੇ ਪਾਪਾਂ ਦੇ ਭਾਰ ਥੱਲੇ ਦੱਬ ਜਾਂਦੀ ਹੈ, ਡੁੱਬ ਜਾਂਦੀ ਹੈ। ਲੋਭ ਲਹਿਰ ਨਾਵ ਭਾਰ ਬੁੜਈਆ। ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਰੂਪੀ ਕਿਸ਼ਤੀ ਆਪਣੇ ਹੀ ਕੀਤੇ ਮਾੜੇ ਔਰ ਭੈੜੇ ਕਰਮਾਂ ਦੇ ਭਾਰ ਥੱਲੇ ਦੱਬ ਜਾਂਦੀ ਹੈ, ਡੁੱਬ ਜਾਂਦੀ ਹੈ। ਨਾਮ ਜਪਹੁ ਨਾਮੇ ਗਤ ਪਾਵਹੁ, ਸਿਮ੍ਰਿਤ ਸਾਸਤਰ ਨਾਮ ਦਿਰੜਈਆ। ਨਾਮ ਜਪੋ, ਨਾਮ ਨਾਲ ਹੀ ਮੁਕਤੀ ਮਿਲਣੀ ਹੈ। ਪਾਤਸ਼ਾਹ ਕਹਿੰਦੇ ਸਿਮਰਤੀਆਂ ਸ਼ਾਸਤਰ ਸਭ ਹਰੀ ਦਾ ਨਾਮ ਹੀ ਦ੍ਰਿੜ ਕਰਾ ਰਹੇ ਨੇ, ਹਰੀ ਦੇ ਨਾਮ ਦੀ ਮਹਿਮਾ ਵਰਣਨ ਕਰ ਰਹੇ ਨੇ। ਹਉ ਮੈਂ ਜਾਏ ਤਾ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ। ਜਦੋਂ ਹਉ ਮੈਂ ਚਲੀ ਜਾਂਦੀ ਹੈ ਤਾਂ ਹਿਰਦਾ ਨਿਰਮਲ ਹੋ ਜਾਂਦਾ ਹੈ। ਗੁਰੂ ਦੇ ਮੁਖ ਦੁਆਰਾ ਸ਼ਬਦ ਸੁਣ ਕੇ ਗੁਰਮੁਖ ਉਸੇ ਵਿੱਚ ਪਰਚੇ ਰਹਿੰਦੇ ਹਨ। ਗੁਰਮੁਖ ਪਰਚੈ, ਉਸੇ ਸ਼ਬਦ ਵਿੱਚ ਪਰਚ ਕੇ ਪਰਮ ਪਦਵੀ ਨੂੰ ਗੁਰਸਿੱਖ ਪ੍ਰਾਪਤ ਕਰਦੇ ਹਨ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਇਹ ਵਾਹਿਗੁਰੂ, ਇਹ ਜਗ ਔਰ ਇਹਦੇ ਵਿੱਚ ਜਿਹੜੇ ਵਰਣ ਬਣਾਏ ਹੋਏ ਨੇ ਸਾਰੇ ਸਭ ਤੇਰੇ ਹੀ ਰੂਪ ਨੇ। ਮੈਨੂੰ ਕਿਸੇ ਵਿੱਚ ਵਰਣਾਂ ਦਾ ਭੇਦ ਨਜ਼ਰ ਨਹੀਂ ਆਉਂਦਾ, ਸਭ ਵਿੱਚ ਤੂੰ ਦਿਸਦਾ। ਇੱਕ ਸੂਰਜ ਕਰਕੇ 12 ਮਹੀਨੇ ਬਣ ਗਏ, 6 ਰੁੱਤਾਂ ਬਣ ਗਈਆਂ, ਤਿੱਥਾਂ ਬਣ ਗਈਆਂ, ਵਾਰ ਬਣ ਗਏ, ਪੱਖ ਬਣ ਗਏ, ਪਰ ਉਸੇ ਸੂਰਜ ਨੂੰ ਵੇਖੀਏ ਤਾਂ ਉਹ ਤਾਂ ਇੱਕ ਹੀ ਹੈ ਨਾ। ਸੂਰਜ ਇੱਕੋ ਰੁੱਤ ਅਨੇਕ, ਸੂਰਜ ਇੱਕੋ ਹੈ। ਤੈਸੇ ਜਿੰਨੇ ਵੀ ਸੰਸਾਰ ਦੇ ਵਰਣ ਦਿਸਦੇ ਨੇ, ਧਰਮ ਦਿਸਦੇ ਨੇ, ਜਾਤੀਆਂ ਪ੍ਰਜਾਤੀਆਂ ਦਿਸਦੀਆਂ ਨੇ, ਮਹਾਰਾਜ ਉਹਨਾਂ ਸਾਰਿਆਂ ਵਿੱਚ ਮੈਨੂੰ ਇੱਕ ਤੂੰ ਹੀ ਦਿਸਦਾ। ਇੱਕ ਤੇਰੇ ਕਰਕੇ ਹੀ ਹੈ ਸਭ ਕੁਝ। ਇਹੋ ਜਗ ਵਰਨ ਰੂਪ ਸਭ ਤੇਰਾ, ਇਹ ਸਭ ਤੇਰਾ ਰੂਪ ਹੈ। ਜਿਤ ਲਾਵਹਿ ਸੇ ਕਰਮ ਕਮਈਆ, ਜਿੱਥੇ ਜਿੱਥੇ ਤੁਸੀਂ ਜੀਵਾਂ ਨੂੰ ਲਾਉਂਦੇ ਹੋ, ਇਹ ਜੀਵ ਉਸੇ ਤਰ੍ਹਾਂ ਦੇ ਕਰਮ ਕਮਾਉਂਦੇ ਹਨ। ਨਾਨਕ ਜੰਤ ਵਜਾਏ ਵਾਜੇ, ਜਿਤ ਭਾਵੈ ਤਿਤ ਰਾਹੇ ਚਲਈਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਅਖੀਰਲੀ ਪੰਕਤੀ 'ਚ ਫਰਮਾਨ ਕਰਦੇ ਹਨ ਕਿ ਸੰਸਾਰ ਦੇ ਸਾਰੇ ਜੀਵ, ਹੇ ਵਾਹਿਗੁਰੂ, ਜੰਤ ਨੇ, ਤੂੰ ਇਹਨਾਂ ਨੂੰ ਵਜਾਉਣ ਵਾਲਾ ਜੰਤਰੀ ਹੈ। ਜਿਵੇਂ ਕੋਈ ਸਾਜ਼ ਹੁੰਦਾ, ਸਾਜ਼ ਆਪਣੇ ਆਪ ਨਹੀਂ ਵੱਜਦਾ, ਜਿਵੇਂ ਵਜਾਈਦਾ ਤਿਵੇਂ ਵੱਜਦਾ।
ਤੈਸੇ ਸੰਸਾਰ ਦੇ ਜਿਤਨੇ ਜੀਵ ਨੇ, ਜਿਨ੍ਹਾਂ ਜਿਨ੍ਹਾਂ ਨੂੰ ਜਿਸ ਰਾਹੇ ਚਲਾਉਣਾ ਇਹ ਉਸੇ ਰਾਹੇ ਚੱਲਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ